ਨਜ਼ਰਸਾਨੀ प्रोग्राम देख रहे दर्शकों का स्वागत। मैं हाँ कमलजीत सिद्धू ਤੇ ਤੁਸੀਂ ਦੇਖ ਰਹੇ ਹੋ 1V TV। ਇਸ ਦੇਸ਼ ਦੇ ਵਿੱਚ ਕਾਤਲਾਂ ਅਪਰਾਧੀਆਂ ਨੂੰ ਨਵਾਜਿਆ ਜਾ ਰਿਹਾ ਆ। ਸਜ਼ਾ ਮਿਲਣੀ ਚਾਹੀਦੀ ਸੀ ਪਰ ਮਿਲ ਨਹੀਂ ਰਹੀ, ਕਿਉਂਕਿ ਲੋਕ ਚਾਹੁਣ ਤਾਂ ਸਜ਼ਾ ਦਿੱਤੀ ਜਾ ਸਕਦੀ ਆ, ਪਰ ਸਾਡੇ ਇੱਥੇ ਬਹੁਤੇ ਲੋਕਾਂ ਦਾ ਜਿਹੜਾ ਜ਼ਮੀਰ ਹੈ ਉਹ ਮਰ ਚੁੱਕਿਆ ਆ। ਜਿਹੜੇ ਅੱਖਾਂ ਨੇ ਉਹਨਾਂ ਨੇ ਬਿਲਕੁਲ ਬੰਦ ਕਰ ਲਈਆਂ ਨੇ। ਆਖਿਰ ਕੀ ਇਹੋ ਜਿਹੀਆਂ ਸਥਿਤੀਆਂ ਇਸ ਦੇਸ਼ ਵਿੱਚ ਬਣੀਆਂ ਹੋਈਆਂ ਨੇ ਤੇ ਕਿਉਂ ਲੋਕ ਇਹਨਾਂ ਦੇ ਪਿੱਛ ਲੱਗ ਅਜੇ ਵੀ ਬਣੇ ਹੋਏ ਆ? ਆਓ ਇਸ ਦੇ ਉੱਤੇ ਗੱਲਬਾਤ ਕਰਦੇ ਹਾਂ। ਬਲਾਤਕਾਰੀਆਂ ਤੇ ਕਾਤਲਾਂ ਨੂੰ ਅਸਲੀ ਸਜ਼ਾ ਜਨਤਾ ਹੀ ਦੇ ਸਕਦੀ ਹੈ, ਕੋਈ ਸ਼ੱਕ ਨਹੀਂ, ਜਨਤਾ ਦੇ ਸਕਦੀ ਹੈ, ਪਰ ਜਨਤਾ ਜਿਹੜੀ ਹੈ ਉਹ ਦਿੰਦੀ ਨਹੀਂ ਪਏਗੀ। ਹੁੰਦਾ ਕੀ ਹੈ, ਵਿਦੇਸ਼ਾਂ ਵਿੱਚ ਅਸੀਂ ਦੇਖਦੇ ਹਾਂ ਕਿ ਕੋਈ ਵੀ ਕਾਤਲ ਹੈ ਜਾਂ ਬਲਾਤਕਾਰੀ ਹੈ, ਕਈ ਥਾਵਾਂ ਦੇ ਉੱਪਰ ਜੋ ਆ ਜਨਤਾ ਦੇ ਵੱਲੋਂ ਵੀ ਫੈਸਲੇ ਕੀਤੇ ਗਏ ਆ। ਸਰਕਾਰਾਂ ਨੂੰ ਦੱਸਿਆ ਗਿਆ ਜਾਂ ਸਰਕਾਰਾਂ ਨੂੰ ਦੱਸ ਕੇ ਕਿ ਅਸੀਂ ਇਹਨਾਂ ਦੇ ਹੱਕ 'ਚ ਨਹੀਂ, ਇਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ, ਤਾਂ ਕਿ ਦੁਬਾਰਾ ਇਹੋ ਜਿਹੇ ਲੋਕ, ਚਾਹੇ ਉਹ ਬਲਾਤਕਾਰੀ ਆ ਤੇ ਚਾਹੇ ਉਹ ਕਾਤਲ ਆ, ਉਹ ਸਿਰ ਨਾ ਚੱਕਣ। ਸਾਡੇ ਇੱਥੇ ਪਤਾ ਕੀ ਹੋ ਰਿਹਾ, ਸਾਡੇ ਇੱਥੇ ਇਸ ਸਥਿਤੀ ਬਿਲਕੁਲ ਉਲਟ ਹੈ। ਸਾਡੇ ਇੱਥੇ ਹੋ ਕੀ ਰਿਹਾ ਆ ਕਿ ਅਸੀਂ ਬਲਾਤਕਾਰੀਆਂ ਨੂੰ ਤਾਂ ਪੂਜੀ ਜਾਂਦੇ ਆ, ਉਹਨਾਂ ਦੇ ਫੇਰ ਪੈਰੇ ਹੱਥ ਲਾਈ ਜਾਂਦੇ ਆ, ਉਹਨਾਂ ਨੂੰ ਫੇਰ ਉਹਨਾਂ ਦੀ ਉਸਤਤ ਕਰੀ ਜਾਂਦੇ ਆ। ਤੇ ਜਦੋਂ ਕਿ ਪਤਾ ਆ ਕਿ ਦੇਸ਼ ਦੀਆਂ ਸਰਵ ਉੱਚ ਅਦਾਲਤਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੋਈ ਆ, ਫਿਰ ਵੀ ਅਸੀਂ ਉਹਨਾਂ ਦੀ ਜਿਹੜੀ ਆ ਪ੍ਰਤਿੱਗਿਆ ਕਰੀ ਜਾਂਦੇ ਆ। ਤੇ ਇਸ ਤਰੀਕੇ ਦੇ ਨਾਲ ਜਿਹੜੀ ਅਸੀਂ ਫੇਰ ਉਹਨਾਂ ਦੀ ਪ੍ਰਤਿਸ਼ਠਾ ਕਰੀ ਜਾਂਦੇ ਆ, ਉਹਨਾਂ ਨੂੰ ਪੂਜਦੇ ਪਏ ਆ, ਫਿਰ ਉਹਨਾਂ ਦੀ ਜੈ ਜੈਕਾਰ ਕਰੀ ਜਾਂਦੇ। ਇਹ ਸਾਡੀ ਸਥਿਤੀ ਬੜੀ ਦੋਗਲੇਪਣ ਵਾਲੀ, ਖਰਾਬ ਕਰਨ ਵਾਲੀ ਆ, ਕਿਉਂਕਿ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਬੈਠੇ ਹਾਂ। ਚਾਹੇ ਉਹ ਮਾਮਲਾ ਬਲਕੀਸ ਬਾਨੋ ਦੇ ਕਾਤਲਾਂ ਦਾ ਹੋਵੇ, ਜਾਂ ਫਿਰ ਉਹ ਸੌਦਾ ਸਾਧ ਵਰਗਿਆਂ ਦਾ ਹੋਵੇ, ਜਾਂ ਆਸਾ ਰਾਮ ਵਰਗੇ ਬਲਾਤਕਾਰੀ ਸਾਧਾਂ ਦਾ ਹੋਵੇ, ਜਾਂ ਇੱਦਾਂ ਦੇ ਕਈ ਹੋਰ ਸਚਿਵਾਨੰਦ ਵਰਗੇ ਜਿਹੜੇ ਸਾਧ ਫੜੇ ਹੋਏ ਆ ਅੰਦਰ, ਫਿਰ ਵੀ ਬਹੁਤ ਲੋਕ ਇਹੋ ਜਿਹੇ ਆ ਜਿਹੜੇ ਉਹਨਾਂ ਦੀ ਪੂਜਾ ਕਰੀ ਜਾਂਦੇ ਆ, ਉਹਨਾਂ ਦੀ ਉਸਤਤ ਕਰੀ ਜਾਂਦੇ ਆ, ਉਹਨਾਂ ਦੀਆਂ ਫੋਟੋਆਂ ਲਾਈ ਬੈਠੇ ਆ। ਹਜੇ ਵੀ ਜੇ ਤੁਸੀਂ ਪੰਜਾਬ ਦੇ ਵਿੱਚ ਦੇਖੋ ਨਾ, ਤੇ ਸੌਦਾ ਸਾਧ ਦੀਆਂ ਫੋਟੋਆਂ ਬਹੁਤ ਘਰਾਂ ਦੇ ਵਿੱਚ ਲੱਗੀਆਂ, ਬਹੁਤ ਥਾਵਾਂ ਦੇ ਉੱਤੇ ਲੱਗੀਆਂ ਆ। ਔਰ ਇਹ ਪਹਿਲਾ ਮੁਲਕ ਹੋਊਗਾ ਜਿੱਥੇ ਹੈਰਾਨੀ ਦੀ ਗੱਲ ਹੈ ਕਿ ਇੱਕ ਬਲਾਤਕਾਰੀ ਸਾਧ ਦੀ ਉਵੇਂ ਹੀ ਪੂਜਾ ਕੀਤੀ ਜਾ ਰਹੀ ਹੈ, ਜਿਵੇਂ ਕਿ ਉਹਨੇ ਕੁਛ ਕੀਤਾ ਹੀ ਨਾ ਹੋਵੇ। ਜੇ ਉਹਨੇ ਐਡੇ ਵੱਡਾ ਕਾਂਡ ਕੀਤਾ ਆ, ਧੀਆਂ ਦੀ ਬੇਹੁਰਮਤੀ ਕੀਤੀ ਆ, ਲੋਕਾਂ ਦੇ ਕਤਲ ਕੀਤੇ ਆ, ਤਾਂ ਉਹਦੇ ਵਾਸਤੇ ਦੇਖੋ ਸਜ਼ਾ ਦਿੱਤੀ ਆ। ਤੇ ਇਸ ਗੱਲ ਨੂੰ ਵੇਖੋ, ਪਹਿਲਾਂ ਹਰਿਆਣਾ ਸਰਕਾਰ ਝੁਠਲਾ ਕੇ ਹਟੀ ਆ। ਹਰਿਆਣੇ ਦਾ ਮੁੱਖ ਮੰਤਰੀ ਜੋ ਆ ਉਹ ਤਾਂ ਮੰਨਣ ਨੂੰ ਤਿਆਰ ਹੀ ਨਹੀਂਗਾ, ਉਹ ਤਾਂ ਕਹਿੰਦੇ ਜੀ ਉਹਨੇ ਕੁਛ ਕੀਤਾ ਹੀ ਨਹੀਂਗਾ। ਤੇ ਦੂਜੇ ਪਾਸੇ ਲਗਾਤਾਰ ਉਹਨੂੰ ਸ਼ਹਿ ਦਿੱਤੀ ਜਾ ਰਹੀ, ਉਹਨੂੰ ਵਾਰ-ਵਾਰ ਜਿਹੜੀ ਆ ਪੈਰੋਲ ਦਿੱਤੀ ਜਾ ਰਹੀ ਆ। ਪੈਰੋਲ 'ਤੇ ਆ ਕੇ ਉਹ ਸਾਧ ਗਾਣੇ ਗਾਈ ਜਾਂਦਾ ਆ, ਉਹ ਡਾਂਸ ਕਰੀ ਜਾਂਦਾ ਆ, ਭੰਗੜੇ ਪਾਈ ਜਾਂਦਾ ਆ। ਉਹ ਸਾਧ ਦੀ ਉਸਤਤ ਕਰਨ ਵਾਲੀਆਂ ਤੀਵੀਆਂ, ਉਹੋ ਹੀ ਪਤਾ ਹੈ ਕਿ ਔਰਤਾਂ ਦੀ ਬੇਹੁਰਮਤੀ, ਉਹਨਾਂ ਦੇ ਨਾਲ ਬਲਾਤਕਾਰ ਦੇ ਮਾਮਲੇ 'ਚ, ਕਤਲ ਦੇ ਮਾਮਲੇ 'ਚ ਸਾਧ ਅੰਦਰ ਗਿਆ ਆ, ਉਹੀ ਉਹਦੇ ਬੋਲੀਆਂ ਪਾਈ ਜਾਂਦੀਆਂ, ਉਹਦੇ ਗੀਤ ਗਾਈ ਜਾਂਦੀਆਂ ਆ। ਸਾਧ ਆਨਲਾਈਨ ਜਿਹੜੇ ਆ ਸਤਸੰਗ ਕਰੀ ਜਾਂਦਾ। ਕਿੱਡੀ ਹੈਰਾਨੀ ਦੀ ਗੱਲ ਆ। ਲੋਕਾਂ 'ਚ ਇਹਦਾ ਮਤਲਬ ਆ ਵੀ ਜ਼ਮੀਰ ਮਰ ਗਿਆ, ਜਾਂ ਫਿਰ ਲੋਕ ਜਿਹੜੇ ਹੈਗੇ ਆ ਉਹ ਅੱਖੋਂ ਹੀ ਅੰਨੇ ਹੋ ਗਏ ਆ, ਉਹ ਅੰਨੀ ਸ਼ਰਧਾ ਜਿਹੜੀ ਆ ਉਹਨਾਂ ਦਾ ਬੇੜਾ ਗਰਕ ਕੀਤਾ ਹੋਇਆ। ਇਹ ਸਥਿਤੀਆਂ ਬਣੀਆਂ ਹੋਈਆਂ। ਇਸ ਕਰਕੇ ਇਸ ਦੇਸ਼ ਦੇ ਵਿੱਚ ਜਿਹੜਾ ਆ ਇਹਨਾਂ ਚੀਜ਼ਾਂ ਨੂੰ ਜਦੋਂ ਵੇਖੀਦਾ ਨਾ, ਉਦੋਂ ਬੜੀ ਤਕਲੀਫ ਹੁੰਦੀ ਹੈ ਕਿ ਕੀ ਤਵੱਕੋ ਕਰਾਂਗੇ ਇਹੋ ਜਿਹੇ ਲੋਕਾਂ ਦੇ ਉੱਤੇ ਜਿਹੜੇ ਫਿਰ ਇਹਨਾਂ ਨੂੰ ਮੰਨੀ ਜਾਂਦੇ। ਇੱਥੇ ਮੈਂ ਹਵਾਲਾ ਜਿਹੜਾ ਤੁਹਾਨੂੰ ਦੇਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਬਲਕੀਸ ਬਾਨੋ ਦੀ ਜਿਹੜੀ ਕਹਾਣੀ ਹੈ, ਤੁਸੀਂ ਸਾਰਿਆਂ ਨੇ ਸੁਣੀ ਹੈ। ਗੁਜਰਾਤ ਦੇ ਵਿੱਚ ਦੰਗੇ ਹੋਏ ਸੀ, ਤੇ ਜਦੋਂ ਬਲਕੀਸ ਬਾਨੋ ਦੀ ਕਹਾਣੀ ਕੋਈ ਆਮ ਇਨਸਾਨ ਸੁਣਦਾ ਹੈ ਤੇ ਉਹਦਾ ਦਿਲ ਦਹਿਲ ਜਾਂਦਾ। ਉਸ ਔਰਤ ਦੇ ਪਰਿਵਾਰ ਦੇ 7 ਜੀਆਂ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚ ਉਸ ਦੀ 3 ਸਾਲ ਦੀ ਬੇਟੀ ਵੀ ਸੀ, ਤੇ ਉਹ ਆਪ 5 ਮਹੀਨੇ ਦੀ ਗਰਭਵਤੀ ਸੀ ਜਦੋਂ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ, ਜਿਸ ਕਾਰਨ ਬਲਕੀਸ ਬਾਨੋ ਆਪਣੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਗਵਾ ਬੈਠੀ। ਇਹ ਗੱਲਾਂ ਮੈਨੂੰ ਕਹਿਣੀਆਂ ਔਖੀਆਂ, ਤੁਹਾਨੂੰ ਸੁਣਨੀਆਂ ਔਖੀਆਂ ਹੋਈਆਂ ਹੋਣਗੀਆਂ, ਜਿਹਦੇ ਨਾਲ ਹੋਈਆਂ ਆ ਉਹਦੇ 'ਤੇ ਕੀ ਬੀਤਦੀ ਹੋਣੀ ਆ, ਸੁਣੋ ਜਰਾ। ਤਾਂ ਬਲਕੀਸ ਬਾਨੋ ਦੇ ਨਾਲ ਐਡਾ ਵੱਡਾ ਕਾਂਡ ਹੋਇਆ। ਅਜਿਹਾ ਘਿਨਾਉਣਾ ਪਾਪ ਕਰਨ ਵਾਲੇ 11 ਅਪਰਾਧੀਆਂ ਨੂੰ ਸਜ਼ਾਵਾਂ ਮਿਲੀਆਂ ਸੀਗੀਆਂ, ਫੜੇ ਗਏ ਸੀਗੇ, ਪਰ ਪਿਛਲੇ ਸਾਲ 15 ਅਗਸਤ ਨੂੰ ਸਜ਼ਾ ਮੁਆਫ ਕਰਨ ਦੀ ਪ੍ਰਕਿਰਿਆ ਵਿੱਚ ਇਹਨਾਂ 11 ਕਾਤਲਾਂ ਨੂੰ
15 ਸਾਲਾਂ ਬਾਅਦ ਰਿਹਾ ਕਰ ਦਿੱਤਾ ਗਿਆ ਤੇ ਜੇ ਪੂਰੀ ਸਜ਼ਾ ਭੁਗਤਣੀ ਪੈਂਦੀ ਤਾਂ ਇਹਨਾਂ ਨੂੰ 34 ਸਾਲ ਤਾਂ ਸਜ਼ਾ ਕੱਟਣੀ ਹੀ ਪੈਂਦੀ ਤੇ ਇਹਨਾਂ ਨੂੰ ਲਗਾਤਾਰ ਪੈਰੋਲ ਵੀ ਮਿਲਦੀ ਰਹੀ ਹੈ। ਗੁਜਰਾਤ ਚੋਣਾਂ ਵਿੱਚ ਇਹਨਾਂ ਨੂੰ ਮੰਚਾਂ ਤੇ ਬੁਲਾ ਕੇ ਨਵਾਜਿਆ ਗਿਆ। ਕਿੱਡੀ ਹੈਰਾਨੀ ਦੀ ਗੱਲ ਆ, ਲਾਹਨਤ ਇਹੋ ਜਿਹੇ ਲੋਕਾਂ ਦੇ ਉੱਤੇ। ਉਹਨਾਂ ਕਾਤਲਾਂ ਨੂੰ ਮੰਚਾਂ ਦੇ ਉੱਤੇ ਗੁਜਰਾਤ ਚੋਣਾਂ ਦੇ ਵਿੱਚ ਸੱਦ ਕੇ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ, ਨਵਾਜਿਆ ਗਿਆ ਜਿਵੇਂ ਕਿ ਉਹ ਬਹੁਤ ਵੱਡੀ ਜੰਗ ਜਿੱਤ ਕੇ ਆਏ ਹੋਣ ਤੇ ਜਿਵੇਂ ਇਹਨਾਂ ਨੇ ਯਾਨੀ ਕਿ ਐਡਾ ਵੱਡਾ ਮਾਰ ਕੇ ਦਾ ਕੰਮ ਕੀਤਾ ਹੋਵੇ ਵੀ ਵਾਹ ਵਾਹ ਬਾ ਕਮਾਲ ਆ ਵੀ ਤੁਸੀਂ ਬਹੁਤ ਸੋਹਣਾ ਕਰਕੇ ਆਏ ਆ। ਲਾਹਨਤ ਦੁਰਲਾਹਨਤ ਕੀ ਆਖੀਏ। ਜਿਸ ਪੈਨਲ ਨੇ ਇਹਨਾਂ ਨੂੰ ਤਾਕਤ ਦਿੱਤੀ ਹੈ ਉਸਨੇ ਲਿਖਿਆ ਹੈ ਕਿ ਇਨ ਸੰਸਕਾਰੀ ਬ੍ਰਾਹਮਣਾਂ ਨੇ ਜੇਲ੍ਹ ਵਿੱਚ ਚੰਗਾ ਚਾਲ ਚੱਲਣ ਵਿਖਾਇਆ, ਪਰ ਬਲਕੀਸ ਬਾਨੋ ਮੁਤਾਬਕ ਇਹ ਜਦੋਂ ਤੋਂ ਬਾਹਰ ਆਏ ਆ ਇਹਨਾਂ ਨੇ ਉਸ ਲਈ ਖਤਰਾ ਹੀ ਖੜਾ ਕੀਤਾ ਆ। ਹੋਇਆ ਹੀ ਇੱਦਾਂ ਹੈ ਕਿ ਦਬਾਉਣ ਦੀ ਉਹਨੂੰ ਕੋਸ਼ਿਸ਼ ਕੀਤੀ ਹੈ, ਧਮਕਾਉਣ ਦੀ ਉਹਨੂੰ ਕੋਸ਼ਿਸ਼ ਕੀਤੀ ਆ ਤੇ ਇਸੇ ਤਰ੍ਹਾਂ ਸੌਦਾ ਸਾਧ ਨੂੰ ਵੀ ਹਰਿਆਣਾ ਦੇ ਸਿਆਸਤਦਾਨਾਂ ਵੱਲੋਂ ਵਾਰ-ਵਾਰ ਜੇਲ੍ਹ ਚੋਂ ਪੈਰੋਲ ਮਿਲਦੀ ਹੈ ਤੇ ਸਿਆਸਤਦਾਨ ਉਸ ਦੇ ਸਾਹਮਣੇ ਚੋਣਾਂ ਵਕਤ ਹੱਥ ਜੋੜ ਕੇ ਖੜੇ ਹੋ ਜਾਂਦੇ ਆ। ਉਹ ਵੀ ਬਲਾਤਕਾਰੀ ਕਾਤਲ ਹੈ ਜਿਸ ਨੂੰ ਪੰਜਾਬ ਵਿੱਚ ਸਿੱਖ ਧਰਮ ਦਾ ਦੋਸ਼ੀ ਮੰਨਿਆ ਜਾਂਦਾ ਆ। ਉਹ ਅੱਜ ਵੀ ਜੇਲ੍ਹ ਤੋਂ ਪੈਰੋਲ ਤੇ ਆ ਕੇ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰਦਾ ਹੈ। ਫਿਰ ਵੀ ਉਹ ਵੋਟਾਂ ਦੇ ਭਿਖਾਰੀ ਸਿਆਸਤਦਾਨਾਂ ਨੂੰ ਚੰਗਾ ਲੱਗਦਾ ਆ। ਇਹ ਹਾਲਤ ਆ ਸੌਦੇ ਸਾਧ ਦੀ, ਕਿਉਂਕਿ ਹਰਿਆਣੇ ਵਾਲੀਆਂ ਜਦੋਂ ਇਲੈਕਸ਼ਨਾਂ ਨੇੜੇ ਆਉਂਦੀਆਂ ਉਹਨੂੰ ਪੈਰੋਲ ਦਿੱਤੀ ਜਾਂਦੀ ਆ, ਉਹ ਆ ਕੇ ਫਿਰ ਜੋ ਕੁਛ ਮਰਜ਼ੀ ਸਾਧੜਾ ਕਰਦਾ ਆ ਤੇ ਉਹ ਲੋਕ ਜਿਹੜੇ ਆ ਚਾਹੇ ਹਰਿਆਣੇ ਦੇ ਅਧਿਕਾਰੀ ਹੋਣ, ਹਰਿਆਣੇ ਦੇ ਚਾਹੇ ਉਹ ਲੀਡਰ ਹੋਣ, ਉਹ ਜਾ ਕੇ ਉਹਦੀ ਮੁੱਠੀ ਚਾਪੀ ਕਰਦੇ ਆ, ਉਹਦੀ ਉਸਤਤ ਕਰਦੇ ਆ, ਉਹਨੂੰ ਪਿਤਾ ਜੀ ਕਹਿ ਕੇ ਸੰਬੋਧਨ ਕਰਦੇ। ਇੱਕ ਕਾਤਲ ਬਲਾਤਕਾਰੀ ਸਾਧ ਨੂੰ ਪਿਤਾ ਜੀ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਤੇ ਜਿਹੜੇ ਉਹ ਲੋਕ ਆ ਜਿਹੜੇ ਅੰਨੀ ਸ਼ਰਧਾ ਦੇ ਵਿੱਚ ਭੰਗੜੇ ਪਾਈ ਜਾਂਦੇ ਆ, ਹੱਥ ਜੋੜੀ ਜਾਂਦੇ ਆ। ਐਤਕੀ ਵੀ ਸਲਾਬਤਪੁਰੇ ਦੇ ਵਿੱਚ ਸੌਦੇ ਸਾਧ ਦੇ ਬਾਹਰ ਆਉਣ ਤੇ ਪੈਰੋਲ ਦੇ ਉੱਤੇ ਇੱਕ ਵੱਡਾ ਸਤਸੰਗ ਹੋਇਆ। ਸਰਕਾਰਾਂ ਦੀ ਸ਼ਹਿ ਤੋਂ ਬਿਨਾਂ ਨਹੀਂ ਸੀ ਹੋ ਸਕਦਾ ਔਰ ਇਹ ਸਾਡੇ ਦੇਸ਼ ਦੇ ਸੰਵਿਧਾਨ ਦੀਆਂ, ਸਾਡੇ ਦੇਸ਼ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਕੀਤੀ ਆ, ਅਪਮਾਨ ਕਰਨ ਵਾਲਾ ਕੰਮ ਕੀਤਾ ਆ ਕਿ ਕੋਈ ਵੀ ਕਾਤਲ ਤੇ ਬਲਾਤਕਾਰੀ ਕੋਈ ਵੀ ਹੋਵੇ ਉਹ ਬਾਹਰ ਆ ਕੇ, ਖਾਸ ਤੌਰ ਤੇ ਜੇ ਉਹ ਸਾਧ ਹੋਵੇ ਤੇ ਫਿਰ ਵੀ ਉਹ ਸਤਸੰਗ ਕਰੀ ਜਾਵੇ ਤੇ ਇਹ ਬੜੀ ਹੈਰਾਨੀ ਦੀ ਗੱਲ ਹੈ। ਇੱਥੇ ਬਲਾਤਕਾਰਾਂ ਦੇ ਕੇਸ ਦੇ ਵਿੱਚ ਆਸਾਰਾਮ ਬਾਪੂ ਦੀ ਅਗਰ ਮੈਂ ਇੱਥੇ ਗੱਲ ਕਵਾਂ ਨਾ ਤੇ ਉਹਦੇ ਕੋਲੇ ਦੇਸ਼ ਦੀ ਸ਼ਾਇਦ ਹੀ ਕੋਈ ਹਸਤੀ ਹੋਵੇ ਜਿਹੜੀ ਨਾ ਗਈ ਹੋਵੇ, ਚਾਹੇ ਉਹ ਅਟਲ ਬਿਹਾਰੀ ਵਾਜਪਾਈ ਸੀ, ਚਾਹੇ ਉਹ ਨਰਿੰਦਰ ਮੋਦੀ ਸੀ, ਚਾਹੇ ਉਹ ਅਮਿਤ ਸ਼ਾਹ ਸੀ, ਚਾਹੇ ਰਾਜਨਾਥ ਵਰਗੇ ਆਗੂ ਸੀਗੇ, ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਵਰਗੇ ਜਿਹੜੇ ਸੀ ਉਹ ਵੀ ਉੱਥੇ ਜਾਂਦੇ ਸੀਗੇ। ਔਰ ਸਾਡੇ ਇੱਥੇ ਤਾਂ ਬਾਦਲਾਂ ਦੀ ਗੱਲ ਵੀ ਅਸੀਂ ਕਰ ਲਈਏ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਕਿ ਉਹ ਸੌਦਾ ਸਾਧ ਦੇ ਕੋਲੇ ਜਾ ਕੇ ਬੈਠੇ ਸੀ, ਉਹਦੇ ਮੂਹਰੇ ਹੱਥ ਬੰਨ੍ਹ ਕੇ ਬੈਠੇ ਸੀਗੇ ਔਰ ਜਿਨ੍ਹਾਂ ਦੇ ਨਾਂ ਦੇ ਉੱਤੇ ਉਹ ਪੰਥਕ ਪਾਰਟੀ ਚੱਲਦੀ ਸੀਗੀ ਉਹ ਵੀ ਇਹੋ ਜਿਹੇ ਸਾਧ ਦੇ ਮੂਹਰੇ ਜਾ ਕੇ ਬਹਿੰਦੇ ਸੀਗੇ। ਇਹ ਉਹੀ ਸਾਧ ਆ ਜਿਹਨੇ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਦਿੱਤਾ ਆ। ਇਹ ਉਹੀ ਸਾਧ ਲੈਣਾ ਆ ਪੰਜਾਬ ਨੂੰ ਬਰਬਾਦ ਕਰਨ ਵਿੱਚ ਇਹਨਾਂ ਡੇਰੇਦਾਰਾਂ ਦਾ ਜਿਹੜਾ ਵੱਡਾ ਰੋਲ ਆ। ਔਰ ਇਹਨਾਂ ਡੇਰੇਦਾਰਾਂ ਦੀਆਂ ਕਿਹੜੀਆਂ ਕਰਤੂਤਾਂ ਤੁਹਾਨੂੰ ਦੱਸੀਏ। ਪੰਜਾਬ ਦੇ ਵਿੱਚ ਇਹੋ ਜਿਹੇ ਜਿਹੜੇ ਬਣੇ ਹੋਏ ਕਈ ਡੇਰੇ ਆ, ਉਹਨਾਂ ਦੀਆਂ ਜਿਹੜੀਆਂ ਨਿੱਜੀ ਕਰਤੂਤਾਂ ਆ, ਕੋਈ ਤਾਂ ਲੈਂਡ ਮਾਫੀਆ ਆ ਤੇ ਕੋਈ ਇਹ ਬਲਾਤਕਾਰੀ ਆ ਤੇ ਕੋਈ ਕਾਤਲ ਆ ਤੇ ਕੋਈ ਲੜਾਈ ਝਗੜਿਆਂ ਦੇ ਵਿੱਚ ਪਿਆ ਹੋਇਆ ਤੇ ਕੋਈ ਜ਼ਮੀਨੀ ਪ੍ਰਾਪਰਟੀਆਂ ਦੀਆਂ ਲੜਾਈਆਂ ਦੇ ਵਿੱਚ ਪਿਆ ਹੋਇਆ। ਇਹਨਾਂ ਤੋਂ ਤੁਸੀਂ ਕੀ ਤਵੱਕੋ ਕਰ ਸਕਦੇ ਹੋ। ਤੇ ਫਿਰ ਦੂਜੇ ਪਾਸੇ ਇਹੀ ਨਹੀਂ, ਕਈ ਸਾਧ ਇੱਥੇ ਇਹੋ ਜਿਹੇ ਬੈਠੇ ਆ ਜਿਨ੍ਹਾਂ ਦੇ ਉੱਤੇ ਜਿਨਸੀ ਸ਼ੋਸ਼ਣ ਕਰਨ ਦੇ ਹੀ ਇਲਜ਼ਾਮ ਲੱਗੇ ਨੇ। ਜੇਲ੍ਹਾਂ ਦੇ ਵਿੱਚ ਅੱਜ ਵੀ ਉਹ VIP ਟਰੀਟਮੈਂਟ ਦੇ ਵਿੱਚ ਬੈਠੇ ਨੇ। ਜੇਲ੍ਹਾਂ ਦੇ ਅਧਿਕਾਰੀ ਅੱਜ ਵੀ ਉਹਨਾਂ ਦੀ ਬੈਰਕ ਦੇ ਮੂਹਰੇ ਹੱਥ ਬੰਨ੍ਹ ਕੇ ਖੜ੍ਹਦੇ ਨੇ। ਅੱਜ ਵੀ ਉਹਨਾਂ ਦੇ ਨਾਲ ਮੁਜਰਮਾਂ ਵਾਲਾ ਨਹੀਂ, ਸਗੋਂ VIP ਪਰਸਨ ਦੇ ਨਾਲ ਜੋ ਸਲੂਕ ਕੀਤਾ ਜਾਂਦਾ ਆ ਉੱਦਾਂ ਦਾ ਵਿਹਾਰ ਕੀਤਾ ਜਾਂਦਾ ਆ। ਇਹ ਸਥਿਤੀਆਂ ਬਣੀਆਂ ਹੋਈਆਂ। ਤਾਂ ਹੁਣ ਦੇਖੋ ਹੈਰਾਨੀ ਇਸ ਗੱਲ ਦੀ ਹੈਗੀ ਆ, ਮੈਂ ਇੱਥੇ ਇੱਕ ਭੰਡਿਆਰਾਂ ਵਾਲਾ ਪਿਆਰਾ ਸਿੰਘ ਸੀਗਾ ਜਿਹੜਾ ਕਿ ਹੁਸ਼ਿਆਰਪੁਰ ਦੇ ਬਿਲਕੁਲ ਲਾਗੇ, ਭੰਡਿਆਰਾਂ ਵਾਲਾ ਸਾਧ ਹੁਸ਼ਿਆਰਪੁਰ ਦੇ ਬਿਲਕੁਲ ਲਾਗੇ ਊਨੇ ਨੂੰ ਜਾਈਏ ਤੇ ਉੱਥੇ ਉਹਦਾ ਡੇਰਾ ਭੰਡਿਆਰਾ ਸੀ। ਹੁਣ ਤਾਂ ਉਹ ਮਰ ਗਿਆ। ਉਹ ਸਾਧ ਨੇ ਵੀ ਐਡਾ ਕੁ ਗੰਦ ਪਾਇਆ ਹੋਇਆ ਸੀਗਾ ਕਿ ਇੱਕ ਉਹ ਜੰਗਲਾਤ ਮਹਿਕਮੇ ਦੇ ਵਿੱਚ ਜਿਵੇਂ ਕਹਿੰਦੇ ਨੇ ਚੌਕੀਦਾਰਾ ਕਰਨ ਵਾਲਾ ਸਾਧ,
ਉਹ ਆਪਣੇ ਆਪ ਦੀ ਜਿਹੜੀ ਤੁਲਨਾ ਆ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰਦਾ ਸੀਗਾ। ਉਸੇ ਤਰ੍ਹਾਂ ਉਹਨੇ ਰੱਥ ਰੱਖਿਆ ਹੋਇਆ ਸੀਗਾ, ਉਹਦੇ ਨਾਲ ਉਹਦੀ ਜਨਾਨੀ ਬੈਠੀ ਹੁੰਦੀ ਸੀਗੀ, ਨਾਲ ਉਹਦੇ 2 ਜਵਾਕ ਸੀਗੇ ਜਿਨ੍ਹਾਂ ਨੂੰ ਉਹ ਸਾਹਿਬਜ਼ਾਦੇ ਦੱਸਦਾ ਹੁੰਦਾ ਸੀਗਾ। ਹੱਥ ਦੇ ਉੱਤੇ ਉਹਨੇ ਉਵੇਂ ਬਾਜ ਬਾਇਆ ਸੀ, ਪਹਿਰਾਵਾ ਵੀ ਉਹ ਉਦਾਂ ਹੀ ਪਾਉਂਦਾ ਸੀ। ਹਾਲਾਂਕਿ ਸਿੱਖਾਂ ਨੇ ਉਹਦਾ ਬਹੁਤ ਵਿਰੋਧ ਕੀਤਾ, ਪਰ ਇੱਥੋਂ ਦੇ ਅਨਪੜ੍ਹ ਜਾਹਿਲ ਉਹ ਜੱਟ ਲੋਕਾਂ ਨੇ ਉਹਨੂੰ ਵੀ ਇੰਨਾ ਕੁ ਪੈਸੇ ਵਾਲਾ ਬਣਾਤਾ ਕਿ ਉਹਦਾ ਡੇਰਾ ਐਡਾ ਵੱਡਾ ਉਸਰ ਗਿਆ। ਉੱਥੇ ਜਾ ਕੇ ਵੇਖਣ ਵਾਲਾ ਸੀ, ਵੱਡੇ ਹਾਲ ਕਮਰੇ ਬਣਾਏ ਗਏ ਆ। ਉਹਨੇ ਭਵ ਸਾਗਰ ਨਾਂ ਦਾ ਆਪਦਾ ਇੱਕ ਗ੍ਰੰਥ ਜਿਹੜਾ ਸੀਗਾ ਉਹ ਵੀ ਲਿਖਵਾਇਆ ਹੋਇਆ ਸੀਗਾ, ਜਿਹਦੇ ਵਿੱਚ ਉਹ ਲੋਕਾਂ ਨੂੰ ਚੈਲੰਜ ਕਰਕੇ ਕਹਿੰਦਾ ਹੁੰਦਾ ਸੀਗਾ ਵੀ ਤੁਹਾਡੇ ਖਾਸ ਤੌਰ ਦੇ ਉੱਤੇ ਸਿੱਖਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਲਿਖਿਆ ਆ ਉਹਦੇ ਨਾਲੋਂ ਵੱਡਾ ਗ੍ਰੰਥ ਤਾਂ ਮੈਂ ਲਿਖਿਆ। ਇਹੋ ਜਿਹੀਆਂ ਕੁਝੀਆਂ ਹਰਕਤਾਂ ਕਰਨ ਵਾਲਾ ਭਣਿਆਰਾ ਸਾਧ, ਤੇ ਸਰਕਾਰਾਂ ਨੇ ਵੀ ਉਹਨੂੰ ਕਦੇ ਨੱਥ ਨਹੀਂ ਸੀ ਪਾਈਗੀ, ਤੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਉਹਦਾ ਵੱਡਾ ਯੋਗਦਾਨ ਰਿਹਾ ਆ। ਸੋ ਸਾਡੀ ਜਿਹੜੀ ਜਨਤਾ ਆ, ਬਜਾਏ ਕਿ ਉਹ ਅੱਖਾਂ ਖੋਲ੍ਹ ਕੇ ਇਹਨਾਂ ਸਾਧੜਿਆਂ ਦੇ ਜਿਹੜੀਆਂ ਗੱਲਾਂ ਆ ਉਹ ਪੱਟੇ, ਤਾਂ ਉਹ ਚੀਜ਼ਾਂ ਨੂੰ ਪੱਟਿਆ ਨਹੀਂ ਗਿਆ, ਬਲਕਿ ਬਹੁਤੇ ਲੋਕ ਜਿਹੜੇ ਆ ਉਹਨਾਂ ਨੂੰ ਪੂਜਦੇ ਆ। ਔਰ ਇਹੋ ਜਿਹੇ ਸਾਧ ਲਾਣੇ ਵੀ ਇੱਥੇ ਬੈਠੇ ਆ ਜਿਨ੍ਹਾਂ ਦੇ ਦਿਮਾਗਾਂ 'ਚੋਂ ਜਾਤ ਦੇ ਕੀੜੇ ਨਹੀਂ ਜਾਂਦੇਗੇ। ਜਿਵੇਂ ਕਿ ਪੰਜਾਬ ਦੇ ਵਿੱਚ ਡੇਰਾ ਰੂਮੀ ਵਾਲਾ ਸੀਗਾ, ਤੇ ਉਹ ਵੀ ਇਹੋ ਜਿਹਾ ਸਾਧ ਸੀਗਾ ਜਿਹੜੇ ਨੇ ਖਾਸ ਤੌਰ ਦੇ ਉੱਤੇ ਬਾਹਰ ਲਿਖ ਕੇ ਲਗਵਾਇਆ ਹੋਇਆ ਸੀਗਾ ਕਿ ਇੱਥੇ ਚੌਥੇ ਪੈੜੇ ਵਾਲੇ, ਜਾਣੀ ਕਿ ਜਿਹੜੀਆਂ ਨੀਵੀਆਂ ਜਾਤਾਂ ਵਾਲੇ ਲੋਕ ਆ ਉਹਨਾਂ ਦਾ ਇਸ ਦਰਵਾਜ਼ੇ ਆਉਣਾ ਮਨਾ ਆ, ਇੱਥੇ ਲਿਖ ਕੇ ਲਗਾਇਆ ਹੋਇਆ। ਹਾਲਾਂਕਿ ਸ਼੍ਰੋਮਣੀ ਕਮੇਟੀ ਕੱਖ ਨਹੀਂ ਕਰ ਸਕੀ। ਤੇ ਖਾਸ ਤੌਰ ਤੇ ਇਹ ਵੀ ਪਤਾ ਲੱਗਿਆ ਕਿ ਜਦੋਂ ਉਹ ਸਾਧ ਮਰਿਆ ਤੇ ਉਹਦਾ ਪੂਰੇ ਉਸ ਇਲਾਕੇ 'ਚ ਭੁੱਚੋ ਦੇ ਨੇੜੇ ਪੂਰਾ ਉਹਦਾ ਜਲੂਸ ਜਿਹੜਾ ਸੀ ਉਹ ਕੱਢਿਆ ਸੀ, ਉਹਦੀ ਲਾਸ਼ ਨੂੰ ਲੈ ਕੇ, ਉਹਦੀ ਦੇਹ ਨੂੰ ਲੈ ਕੇ, ਤੇ ਉਹਦੇ ਮਗਰ ਹਜ਼ਾਰਾਂ ਦੀ ਗਿਣਤੀ ਵਿੱਚ ਟੋਲਾ ਸੀਗਾ। ਦੇਖੋ ਕਿੱਧਰ ਨੂੰ ਤੁਰ ਪਈ ਜਨਤਾ। ਇਸੇ ਤਰ੍ਹਾਂ ਹੀ ਇਸ ਸਾਧ ਤੋਂ ਇਲਾਵਾ ਹੋਰ ਵੀ ਕਈ ਸਾਧ ਪੰਜਾਬ ਦੇ ਵਿੱਚ ਸੀਗੇ ਜਿਨ੍ਹਾਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ, ਪਰ ਅਸੀਂ ਉਹਨਾਂ ਦੇ ਮਗਰ ਲੱਗੇ ਰਹੇ, ਬਜਾਏ ਇਸ ਦੇ ਕਿ ਸਾਨੂੰ ਇਹਨਾਂ ਸਾਧਾਂ ਦੇ ਖਿਲਾਫ ਪ੍ਰੋਪੇਗੰਡਾ ਜੋ ਹੋਣਾ ਚਾਹੀਦਾ ਸੀਗਾ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਂਦੀ, ਇਹਨਾਂ ਦਾ ਜਿਹੜਾ ਅਸੀਂ ਕਹਿੰਦੇ ਨਾ ਵਿਰੋਧ ਕੀਤਾ ਜਾਂਦਾ, ਤੇ ਇਹਨਾਂ ਨੂੰ ਜਿਹੜਾ ਸਮਾਜ ਤੋਂ ਛੇਕਿਆ ਜਾਂਦਾ, ਜਿਹਨੂੰ ਅਸੀਂ ਕਹਿੰਦੇ ਬਹਿਸ਼ਕਾਰ ਜਿਹੜਾ ਸੀਗਾ ਉਹ ਕੀਤਾ ਜਾਂਦਾ। ਪਰ ਉਹ ਅਸੀਂ ਕਰ ਨਹੀਂ ਰਹੇਗੇ, ਅਸੀਂ ਤਾਂ ਫੇਰ ਇਹਨਾਂ ਦੀ ਪੂਜਾ ਅਰਚਨਾ ਦੇ ਵਿੱਚ ਲੱਗ ਗਏ ਹਾਂ। ਤੇ ਹੁਣ ਸਵਾਲ ਇਹਨਾਂ 11 ਬਲਾਤਕਾਰੀਆਂ ਤੇ ਕਾਤਲਾਂ ਤੇ ਸੌਦਾ ਸਾਧ ਜੋ ਬਲਾਤਕਾਰੀ ਵੀ ਆ ਤੇ ਕਾਤਲ ਵੀ ਸਾਬਤ ਹੋ ਚੁੱਕਾ ਹੈ, ਬਾਰੇ ਨਿਆਂਪਾਲਕਾਂ ਨੇ ਇਹਨਾਂ ਉੱਤੇ ਲੱਗੇ ਗੰਭੀਰ ਦੋਸ਼ਾਂ ਉੱਤੇ ਛਾਣਬੀਨ ਕਰਨਾ ਤੇ ਕਰਵਾਉਣ ਮਗਰੋਂ ਆਪਣੀ ਮੋਹਰ ਲਗਾ ਦਿੱਤੀ ਹੈ। ਇਸ ਲਈ ਉਸ ਬਾਰੇ ਕੋਈ ਸਵਾਲ ਨਹੀਂ ਕਰਨਾ ਬਣਦਾ। ਸਵਾਲ ਸਿਆਸਤਦਾਨਾਂ ਬਾਰੇ ਵੀ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਜਿਹੜੀ ਸ਼੍ਰੇਣੀ ਹੈ ਨਾ, ਵੋਟ ਦੀ ਇੰਨੀ ਭੁੱਖੀ ਹੁੰਦੀ ਹੈ ਕਿ ਵੋਟਾਂ ਲਈ ਕਿਸੇ ਵੀ ਹੱਦ ਤੱਕ ਹੇਠਾਂ ਡਿੱਗ ਸਕਦੀ ਹੈ ਤਾਂ ਕਿ ਉਹਨਾਂ ਦੀ ਜਿਹੜੀ ਕੁਰਸੀ ਹੈ ਉਹ ਬਚੀ ਰਹੇ। ਪਰ ਸਵਾਲ ਭਾਰਤ ਦੀ ਜਨਤਾ ਨੇ ਨੂੰ ਕਰਨਾ ਬਾਕੀ ਹੈ ਕਿ ਤੁਸੀਂ ਇਸ ਕਦਰ ਲਾਪਰਵਾਹ ਹੋ ਚੁੱਕੇ ਹੋ ਕਿ ਤੁਹਾਨੂੰ ਬਲਾਤਕਾਰੀ ਕਾਤਲਾਂ ਦੇ ਪਿੱਛੇ ਲੱਗਣ ਦੇ ਵਿੱਚ ਹੁਣ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ। ਇੱਕ ਲੋਕਤੰਤਰੀ ਦੇਸ਼ ਦੀ ਰੂਹ ਉਸ ਦੀ ਜਨਤਾ ਵਿੱਚ ਵਸਦੀ ਹੈ। ਦੇਖੋ, ਤੇ ਜੋ ਆਪਣੇ ਸਿਆਸਤਦਾਨਾਂ ਨੂੰ ਵੋਟ ਦੇ ਕੇ ਚੁਣਦੀ ਹੈ, ਪਰ ਜੇ ਜਨਤਾ ਹੀ ਇਸ ਤਰ੍ਹਾਂ ਦੇ ਅਪਰਾਧੀਆਂ ਦੇ ਕਹਿਣ ਤੇ ਵੋਟ ਪਾਊਗੀ ਤੇ ਫਿਰ ਗਲਤੀ ਸਿਆਸਤਦਾਨਾਂ ਦੀ ਨਹੀਂ ਮੰਨੀ ਜਾਵੇਗੀ। ਜੇ ਕਿਸੇ ਵੀ ਭਾਰਤੀ ਨਾਗਰਿਕ ਨੂੰ ਬਲਕੀਸ ਬਾਨੋ ਦੇ ਬਲਾਤਕਾਰੀਆਂ ਤੇ ਉਸਦੇ ਪਰਿਵਾਰ ਦੇ ਕਾਤਲਾਂ ਵਿੱਚ ਬ੍ਰਾਹਮਣੀ ਸੰਸਕਾਰ ਝਲਕਦੇ ਨਜ਼ਰ ਆਉਂਦੇ ਆ ਤਾਂ ਸਿਰਫ ਇਸ ਕਰਕੇ ਹੈ ਕਿ ਬਲਕੀਸ ਬਾਨੋ ਮੁਸਲਮਾਨ ਹੈ। ਜੇ ਸਾਧ ਬਾਰੇ ਇਹ ਨਹੀਂ ਮੰਨਿਆ ਜਾ ਰਿਹਾ ਕਿ ਉਸਨੇ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ, ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਾਡੇ ਦੇਸ਼ ਦੀ ਜਿਹੜੀ ਹੈ ਉਹ ਰੂਹ ਮਰ ਚੁੱਕੀ ਆ, ਸਾਡੇ ਦੇਸ਼ ਦੇ ਲੋਕਾਂ ਦਾ ਜ਼ਮੀਰ ਮਰ ਚੁੱਕਿਆ ਆ। ਅਫਸੋਸ ਹੈ, ਮਰ ਚੁੱਕੇ ਜ਼ਮੀਰ ਵਾਲਿਆਂ ਨੂੰ ਮੈਂ ਕੀ ਕਹਾਂ। ਜੇ ਜਾਗਦੇ ਜ਼ਮੀਰ ਵਾਲੇ ਹੁੰਦੇ ਤਾਂ ਇਹਨਾਂ ਬਲਾਤਕਾਰੀਆਂ ਤੇ ਕਾਤਲਾਂ ਦੀ ਉਸਤਤ ਨਾ ਕਰਦੇ, ਪੂਜਾ ਨਾ ਕਰਦੇ, ਤੇ ਉਹਨਾਂ ਨੂੰ ਨਵਾਜ਼ਦੇ ਨਾ, ਉਹਨਾਂ ਦਾ ਮਾਣ ਸਤਿਕਾਰ ਨਾ ਕਰਦੇ। ਪਰ ਫਿਰ ਵੀ ਇਹ ਕਿਹਾ ਜਾ ਸਕਦਾ ਕਿ ਲਾਹਨਤ ਇਹੋ ਜਿਹੇ ਲੋਕਾਂ ਦੇ ਉੱਤੇ ਜਿਨ੍ਹਾਂ ਦੇ ਜ਼ਮੀਰ ਮਰ ਚੁੱਕੇ ਆ, ਜਿਹੜੇ ਅੱਖਾਂ ਖੋਲ੍ਹ ਹੀ ਨਹੀਂ ਸਕਦੇ। ਪਰ ਕਹਿੰਦੇ ਨਹੀਂ ਮਰਿਆ ਨਹੀਂ ਕੀ ਜਾਗਣਾ ਹੁੰਦਾ ਆ। ਸਥਿਤੀਆਂ ਵਾਕਈ ਗੰਭੀਰ ਆ। ਕਾਸ਼ ਬਾਕੀ ਦੇ ਜਿਹੜੇ ਜਾਗਰੂਕ ਲੋਕ ਆ, ਜੇ ਉਹ ਚਾਹੁਣ, ਜੇ ਉਹ ਤਹਈਆ ਕਰਨ, ਤੇ ਇਹੋ ਜਿਹੇ ਬਲਾਤਕਾਰੀਆਂ ਦਾ, ਅਜਿਹੇ ਕਾਤਲਾਂ ਦਾ ਹਮੇਸ਼ਾ ਦੇ ਲਈ ਬਾਈਕਾਟ ਕੀਤਾ ਜਾ ਸਕਦਾ ਆ। ਕਾਸ਼ ਕਿ ਜਾਗਦੀ ਜ਼ਮੀਰ ਵਾਲੇ ਲੋਕ
ਬਣ ਜਾਣ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਅੱਜ ਦੀ ਗੱਲਬਾਤ ਵਧੀਆ ਲੱਗੀ ਹੋਊਗੀ। ਇੱਥੇ ਹੀ ਸਮਾਪਤੀ ਕਰਦੇ ਹਾਂ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ 1 ਟੀਵੀ।